ਤਾਂ ਫਿਰ ਬਿੱਟੂ ਦੀ ਕੁਰਸੀ ਰਹੇਗੀ ਪਟਿਆਲਾ ਦੇ ਮੇਅਰ ਵਾਲੀ ਜਾਂ ਨਹੀਂ, ਇਹ ਜਲਦ ਸਾਫ਼ ਹੋ ਜਾਏਗਾ। ਪਰ ਜੋ ਇਸ ਸਮੇਂ ਸਮੀਕਰਨ ਬਣ ਰਹੇ ਨੇ, ਇਹਨਾਂ ਸਮੀਕਰਨਾਂ ਦੇ ਵਿਚਾਲੇ ਕੁਰਸੀ ਬਚਣੀ ਮੁਸ਼ਕਿਲ ਨਜ਼ਰ ਆਉਂਦੀ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੱਲ ਹੋਵੇਗੀ ਸੁਖਪਾਲ ਸਿੰਘ ਖਹਿਰਾ ਦੀ। ਈਡੀ ਦੇ ਸ਼ਿਕੰਜੇ ਵਿੱਚ ਨੇ, ਗ੍ਰਿਫਤਾਰ ਕੀਤਾ ਈਡੀ ਦੇ ਵੱਲੋਂ। ਪਰ ਹੁਣ ਖਹਿਰਾ ਦਾ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਉੱਤੇ ਵੱਡਾ ਹਮਲਾ ਵੀ ਸਾਹਮਣੇ ਆ ਰਿਹਾ ਹੈ। ਖਹਿਰਾ ਕਹਿ ਰਹੇ ਨੇ ਕਿ ਪਾਰਟੀ ਦੇ ਵੱਲੋਂ ਸਾਥ ਨਹੀਂ ਦਿੱਤਾ ਗਿਆ। ਪਾਰਟੀ ਵੱਲੋਂ ਸਾਥ ਨਾ ਦਿੱਤੇ ਜਾਣ ਦੇ ਉੱਤੇ ਸੁਖਪਾਲ ਖਹਿਰਾ ਦਾ ਦਰਦ ਛਲਕਿਆ। ਉਹਨਾਂ ਨੇ ਕਿਹਾ ਕਿ ਮੇਰੀ ਹੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ। ਆਸਤੀਨ ਦੇ ਸੱਪਾਂ ਨੇ ਹੀ ਮੇਰੇ ਖਿਲਾਫ ਸਾਜ਼ਿਸ਼ ਰਚ ਦਿੱਤੀ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਵੱਡੇ ਖੁਲਾਸੇ ਕਰਾਂਗਾ। ਸੁਖਪਾਲ ਖਹਿਰਾ ਨੂੰ ਮੋਹਾਲੀ ਦੀ ਸਪੈਸ਼ਲ ਸੈੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੇ ਈਡੀ ਹੋਰ ਰਿਮਾਂਡ ਦੀ ਮੰਗ ਕਰ ਸਕਦੀ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਮੈਨੂੰ ਕਿਉਂ ਗ੍ਰਿਫਤਾਰ ਕੀਤਾ, ਮੈਨੂੰ ਨਹੀਂ ਦੱਸਿਆ ਗਿਆ। ਤਾਂ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਨੇ 18 ਸੈਕਟਰ ਚੰਡੀਗੜ੍ਹ ਦੇ ਵਿੱਚ ਦਫ਼ਤਰ ਦੇ ਵਿੱਚ ਬੁਲਾਇਆ ਸੀ। ਪੁੱਛ ਪੜਤਾਲ ਦੇ ਲਈ ਕਰੀਬ 2 ਤੋਂ 3 ਘੰਟੇ ਪੁੱਛਤਾਛ ਤੋਂ ਬਾਅਦ ਉਹਨਾਂ ਨੂੰ गिरफ्तार कर लिया गया ਸੀ। उस दिन भी न्यूज़ 18 पंजाब ਦੇ ਨਾਲ ਗੱਲਬਾਤ ਕੀਤੀ ਸੀ ਸੁਖਪਾਲ ਖਹਿਰਾ ਨੇ ਤੇ ਜ਼ਿਕਰ ਕੀਤਾ ਸੀ ਕਿ ਮੈਂ ਬੇਕਸੂਰ ਹਾਂ। ਤੇ ਜਦੋਂ ਪੇਸ਼ੀ ਦੇ ਲਈ ਅੱਜ ਲਿਆਂਦਾ ਗਿਆ ਤਾਂ ਅੱਜ ਇਹ ਕਹਿੰਦੇ ਹੋਏ ਨਜ਼ਰ ਆਏ ਸੁਖਪਾਲ ਖਹਿਰਾ ਕਿ ਮੇਰੇ ਪਾਰਟੀ ਦੇ ਆਗੂਆਂ ਦੇ ਵੱਲੋਂ ਮੇਰਾ ਸਾਥ ਨਹੀਂ ਦਿੱਤਾ ਗਿਆ। ਜਿਹੜੇ ਆਸਤੀਨ ਦੇ ਸੱਪ ਨੇ, ਇਹ ਕਹਾਵਤ ਹੈ ਆਸਤੀਨ ਕੇ सांप, ਤਾਂ ਉਹਨਾਂ ਦੇ ਵੱਲੋਂ ਹੀ ਮੇਰੇ ਖਿਲਾਫ ਸਾਜ਼ਿਸ਼ ਰਚ ਦਿੱਤੀ ਗਈ ਤੇ ਮੈਂ ਜਲਦ ਵੱਡੇ ਖੁਲਾਸੇ ਕਰਾਂਗਾ। ਤਾਂ ਜਿਵੇਂ ਹੀ ਸੁਖਪਾਲ ਖਹਿਰਾ ਲੱਗ ਰਿਹਾ ਕਿ ਬਾਹਰ ਆਉਣਗੇ ਈਡੀ ਦੇ ਸ਼ਿਕੰਜੇ ਦੇ ਵਿੱਚੋਂ, ਤਾਂ ਕੋਈ ਪ੍ਰੈਸ ਕਾਨਫਰੰਸ ਕਰਕੇ ਕੁਝ ਵੱਡੇ ਇਲਜ਼ਾਮ ਆਪਣੇ ਸਾਥੀਆਂ ਦੇ ਉੱਤੇ ਜਾਂ ਫਿਰ ਕੋਈ ਹੋਰ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦੇ ਉੱਤੇ ਲਗਾ ਸਕਦੇ ਨੇ। ਦੇ ਲੋਕਾਂ ਲਈ ਲੜਦਾ, ਕਿਸਾਨਾਂ ਲਈ, ਔਰ ਹਰ ਗੱਲ ਬੇਇਨਸਾਫੀ ਦੀ ਮੈਂ ਡਟ ਕੇ ਲੜਾਈ ਲੜੀ ਹੈ। ਇਹ ਜਿਹੜੇ ਮੇਰੇ ਖਿਲਾਫ ਇਲਜ਼ਾਮ ਤੇ ਮੁਕੱਦਮੇ, ਇਹ ਮੇਰੀ ਸਿਹਤ ਤੇ ਕੋਈ ਅਸਰ ਨਹੀਂਗਾ। ਅਗਰ ਇਹ ਸਮਝਦੇ ਕਿ ਮੇਰਾ ਮਨੋਬਲ ਡੇਗ ਸਕਣਗੇ, ਦੇ ਆਰ 100% ਰੋਂਗ। ਅਸੀਂ ਅਲਟੀਮੇਟ ਜਿਹੜੀ ਜਿੱਤ ਹੈ ਨਾ, ਉਹ ਸੱਚ ਦੀ ਹੋਵੇਗੀ। ਇਹ ਜਿਹੜੀ ਸ਼ਰਾਰਤ ਰਚੀਗੀ ਨਾ ਮੇਰੇ ਖਿਲਾਫ, ਮੈਂ ਸਹੀ ਸਮੇਂ ਤੇ ਆਣ ਕੇ ਉਹਦਾ ਪਰਦਾਫਾਸ਼ ਕਰੂੰਗਾ। ਇਹ ਪੋਲੀਟੀਕਲ ਕਨਸਪੀਰੇਸੀ ਹੋਈ ਆ। ਬੀਜੇਪੀ ਤਾਂ ਮੇਰੇ ਖਿਲਾਫ ਸੀਗੀ। ਸਾਡੇ ਆਸਤੀਨ ਦੇ ਸਾਂਪ, ਸਾਡੇ ਆਪਣੀ ਕਾਂਗਰਸ ਦੀ ਬੁੱਕਲ ਵਿੱਚ ਬਹਿ ਕੇ ਜਿਹੜਾ ਮੇਰੇ ਖਿਲਾਫ ਕਰ ਰਹੇ ਨੇ, ਆਉਣ ਵਾਲੇ ਸਮੇਂ ਤੇ मैं उन्होंने बेनकाब करूंगा और मेरी लड़ाई सच दे वास्ते जारी रहेगी। और मैं जिदा पहला कहा कि कूड़ नुखुट्टे नानका उड़क सच रहे। ट्रुथ कैन बी सप्रेस्ड, इट कैन नॉट बी ओवरपावर्ड। आई विल फाइट टू द लास्ट ब्रेथ ऑफ माइन। खैरा साहब की कहना चाहोगे आज? ਦਾ ਦਰਦ ਜ਼ਰੂਰ ਛਲਕਦਾ ਹੋਇਆ ਨਜ਼ਰ ਆ ਰਿਹਾ ਆਪਣੀ ਪਾਰਟੀ ਦੇ ਆਗੂਆਂ ਦੇ ਖਿਲਾਫ। ਇਸ ਸਮੇਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮਹਿਤਾਬ ਖਹਿਰਾ ਜੁੜ ਰਹੇ ਨੇ, ਸੁਖਪਾਲ ਖਹਿਰਾ ਦੇ ਬੇਟੇ ਨੇ। ਮਹਿਤਾਬ ਜੀ, ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਕੀ ਕੁਝ ਇਸ ਸਮੇਂ ਤੁਸੀਂ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਦੇ ਵਿੱਚ, ਕਿਉਂਕਿ ਰਿਮਾਂਡ ਦੀ ਹੋਰ ਮੰਗ ਕੀਤੀ ਜਾ ਰਹੀ ਹੈ ਈਡੀ ਦੇ ਵੱਲੋਂ। ਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਇਹ ਕੇਸ ਜੋ ਹੈ ਇਹ ਪੋਲੀਟੀਕਲ ਵੈਂਡੇਟਾ ਦਾ ਕੇਸ ਹੈ ਜੀ। ਕਿਤੇ ਨਾ ਕਿਤੇ ਸੱਚ ਬੋਲਣ ਦਾ ਜੋ ਨਤੀਜਾ ਹੈ, ਮੇਰੇ ਫਾਦਰ ਨੇ ਨਾ ਹਮੇਸ਼ਾ ਜੋ ਗੱਲ ਕੀਤੀ ਹੈ ਉਹ ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਗੱਲ ਕੀਤੀ ਹੈ। ਉਹਨਾਂ ਨੇ ਲੜਾਈਆਂ ਲੜੀਆਂ ਗਰਾਊਂਡ ਲੈਵਲ ਤੇ ਜਾ ਕੇ। ਸੋ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਔਰ ਮੈਨੂੰ ਦੁੱਖ ਹੁੰਦਾ, ਇਹ ਕਹਿੰਦੇ ਕਿ ਆਪਣੇ ਦੇਸ਼ ਵਿੱਚ, ਆਪਣੇ ਸਿਸਟਮ ਵਿੱਚ ਇਹ ਸਾਨੂੰ, ਮੇਰੇ ਫਾਦਰ ਨੂੰ ਆਪਣਾ ਸੱਚ ਬੋਲਣ ਦਾ ਜੋ ਹੈ ਹਰਜਾਨਾ ਭਰਨਾ ਪੈ ਰਿਹਾ। ਕੋਈ ਗੱਲ ਨਹੀਂ, ਮੈਨੂੰ ਹੌਸਲਾ ਹੈ, ਮੈਨੂੰ ਫਖਰ ਹੁੰਦਾ ਹੈ ਕਿ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਹੈ ਤੇ ਉਹਨਾਂ ਦੀ ਲੜਾਈ ਲੜਨ ਦਾ ਮੈਨੂੰ ਮੌਕਾ ਮਿਲ ਰਿਹਾ। ਜਿਹੜੀ ਵੀ ਕੋਈ ਲੜਾਈ ਅਸੀਂ ਲੜਾਂਗੇ ਸਰ, ਅਸੀਂ ਘਬਰਾਉਣ ਵਾਲੇ ਨਹੀਂ ਹੈ। ਕੋਰਟਾਂ ਕਚਹਿਰੀਆਂ ਦੇ ਵਿੱਚ ਜਿਹੜੀਆਂ ਤੁਸੀਂ ਸਾਨੂੰ ਸ਼ਾਇਦ ਤੁਸੀਂ ਥੋੜੀ ਦੇਰ ਲਈ ਬੰਦ ਕਰ ਸਕਦੇ ਹੋ, ਸਰੀਰ ਨੂੰ ਤਾਂ ਬੰਦ ਕਰ ਸਕਦੇ ਹੋ ਸੁਖਪਾਲ ਸਿੰਘ ਖਹਿਰਾ ਦੇ, ਲੇਕਿਨ ਜੋ ਸੋਚ ਹੈ, ਜਿਹੜੀ ਉਹਨਾਂ ਦਾ ਟੀਚਾ ਹੈ ਜਾਂ ਫੋਕਸ ਹੈ, ਤੁਸੀਂ ਉਸ ਸੋਚ ਨੂੰ ਨਹੀਂ ਬੰਦ ਕਰ ਸਕਦੇ। ਮਹਿਤਾਬ ਜੀ, ਸੁਖਪਾਲ ਖਹਿਰਾ ਜਦੋਂ ਪਹੁੰਚੇ ਹੋਏ ਸੀ ਅੱਜ ਪੇਸ਼ੀ ਦੇ ਲਈ, ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਆਸਤੀਨ ਦੇ ਸੱਪ ਨੇ ਕੋਈ, ਜਿਨ੍ਹਾਂ ਨੇ ਮੇਰੇ ਖਿਲਾਫ ਸਾਜ਼ਿਸ਼ ਰਚ ਦਿੱਤੀ। ਆਪਣੀ ਪਾਰਟੀ ਦੇ ਲੀਡਰਾਂ ਨੂੰ ਲੈ ਕੇ ਉਹਨਾਂ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਸੀ। ਸਟੇਟਮੈਂਟਸ ਨਹੀਂ ਆਈਆਂ ਉਹਨਾਂ ਦੇ ਹੱਕ ਦੇ ਵਿੱਚ, ਇਹ ਨਾਰਾਜ਼ਗੀ ਹੈ। ਕੀ ਕਹਿਣਾ ਚਾਹੁੰਦੇ ਨੇ ਸੁਖਪਾਲ ਖਹਿਰਾ, ਜੇਕਰ ਤੁਸੀਂ ਦੱਸ ਸਕੋ? ਦੇਖੋ, ਮੈਂ ਪੋਲੀਟੀਕਲ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਇਸ ਪੋਲੀਟੀਕਲ ਪ੍ਰੋਸੈਸ ਵਿੱਚ ਹਿੱਸਾ ਨਹੀਂ। ਮੈਂ ਤਾਂ ਇੱਕ ਮੈਂ ਤਾਂ ਇੱਕ ਲਾਇਰ ਹਾਂ। ਜਿੱਥੇ ਤੱਕ ਕਿਸੇ ਦੇ ਸ਼ਰਾਰਤ ਦੀ ਗੱਲ ਆਉਂਦੀ ਹੈ ਜੀ, ਸਾਨੂੰ ਕ੍ਰੈਡੀਬਲ ਇਨਫੋਰਮੇਸ਼ਨ ਹੈ। ਜਿਸ ਦਿਨ ਇਨਫੋਰਮੇਸ਼ਨ ਦੇ ਅੰਦਰ ਨਾਲ ਸਾਡੇ ਕੋਲ ਐਵੀਡੈਂਸ ਆ ਗਿਆ, ਅਸੀਂ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਾਂਗੇ। ਸੋ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ। ਕਿਸੇ ਦੀ ਸ਼ਰਾਰਤ ਹੈ, ਪੋਲੀਟੀਕਲ ਵੈਂਡੇਟਾ ਹੈ, ਕਿਸੇ ਦੀ ਉਹ ਹੈ, ਉਹ ਸਾਰਾ ਕੁਝ ਤੁਹਾਡੇ ਸਹੀ ਸਮੇਂ ਆਉਣ ਤੇ ਤੁਹਾਡੇ ਅੱਗੇ ਪੇਸ਼ ਕਰਾਂਗੇ। ਅੱਜ ਦੀ ਲੜਾਈ ਸਾਡੀ
ਲੀਗਲ ਲੜਾਈ ਹੈ, ਉਹਨੂੰ ਸਮਝਣਾ, ਉਹ ਦਿਮਾਗ ਨਾਲ ਲੜਨਾ ਬਹੁਤ ਜ਼ਰੂਰੀ ਹੈ। ਸਹੀ ਸਮੇਂ ਆਉਣ ਤੇ ਸਭ ਕੁਝ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਊਗਾ। ਠੀਕ ਹੈ ਮਹਿਤਾਬ ਜੀ, ਤੁਸੀਂ ਪੋਲੀਟੀਕਲ ਵਾਲੇ ਪਾਸੇ ਨਹੀਂ ਜਾ ਪਾਓਗੇ, ਪਰ ਤੁਸੀਂ ਪੋਲੀਟੀਕਲ ਵੈਂਡੇਟਾ ਦਾ ਜ਼ਿਕਰ ਕਰ ਰਹੇ ਹੋ। ਕੌਣ ਕਰ ਰਿਹਾ ਹੈ? ਸੱਤਾ ਦੇ ਵਿੱਚ ਤਾਂ ਉਹ ਪਾਰਟੀ ਹੈ ਜਿਸ ਦੇ ਵਿੱਚ ਇਸ ਸਮੇਂ ਸੁਖਪਾਲ ਖਹਿਰਾ ਹੈਗੇ ਨੇ, ਦੂਜੇ ਪਾਸੇ ਬੀਜੇਪੀ ਦਾ ਉਹ ਜ਼ਿਕਰ ਕਰ ਗਏ ਕਿ ਬੀਜੇਪੀ ਤਾਂ ਮੇਰੇ ਖਿਲਾਫ ਸੀ ਸਰ ਯਾਰ, ਤੁਸੀਂ ਸਟੇਟ ਗਵਰਨਮੈਂਟ ਦੀ ਗੱਲ ਕਰ ਰਹੇ ਹੋ, ਤੁਸੀਂ ਮਿਸਟੇਕ ਕਰ ਰਹੇ ਹੋ। ਜੋ ਈਡੀ ਹੁੰਦੀ ਹੈ, ਇਟ ਇਜ਼ ਅ ਸੈਂਟਰਲ ਇਨਵੈਸਟੀਗੇਟਿਵ। ਮੈਂ ਉਸੇ ਪੁਆਇੰਟ ਦੇ ਉੱਤੇ ਆ ਰਿਹਾ ਸੀ। ਐਕਚੁਅਲੀ ਉਹਨਾਂ ਨੇ ਕਿਹਾ ਕਿ ਬੀਜੇਪੀ ਤਾਂ ਮੇਰੇ ਖਿਲਾਫ ਸੀ ਹੀ, ਤੇ ਹੁਣ ਕੁਝ ਹੋਰ ਵੀ ਆ ਗਏ ਮੇਰੇ ਖਿਲਾਫ। ਤਾਂ ਜੇ ਵੈਂਡੇਟਾ ਦਾ ਆਪਾਂ ਜ਼ਿਕਰ ਕਰਦੇ ਹਾਂ, ਬੀਜੇਪੀ ਖਿਲਾਫ ਤਾਂ ਉਹ ਖੁੱਲ ਕੇ ਬੋਲ ਹੀ ਰਹੇ ਨੇ। ਤੁਸੀਂ ਕਨਫਿਊਜ਼ ਨਾ ਕਰੋ, ਦੋ ਗੱਲਾਂ ਨੂੰ ਤੁਸੀਂ ਕਨਫਿਊਜ਼ ਨਾ ਕਰੋ ਪਲੀਜ਼। ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੇ ਵਿੱਚ ਕੁਝ ਲੀਡਰ ਨੇ, ਬਾਕੀ ਪਾਰਟੀ ਨੂੰ ਉਹਨਾਂ ਨੇ, ਇਹਨਾਂ ਦਾ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਪੂਰੀ ਪਾਰਟੀ ਦੇ ਖਿਲਾਫ ਕੁਝ ਜੋ ਸ਼ਰਾਰਤੀ ਅੰਸਰ ਹੁੰਦੇ ਨੇ। ਸਿਰਫ ਜ਼ਰੂਰੀ ਨਹੀਂ ਕਿ ਬੀਜੇਪੀ ਚ ਹੁੰਦੇ ਆ ਜਿਹੜੇ ਸ਼ਰਾਰਤੀ ਅੰਸਰ, ਕੋਈ ਚੋਰ, ਕੋਈ ਬੇਈਮਾਨੀ ਨਾਲ ਕੋਈ ਕੰਮ ਕਰਨਾ ਚਾਹੁੰਦਾ, ਉਹ ਕਈ ਪਾਰਟੀਆਂ ਦੇ, ਸਾਰੀ ਪਾਰਟੀਆਂ ਚ ਹੋ ਸਕਦੇ ਆ। ਕੋਈ ਗੱਲ ਨਹੀਂ। ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਜਿਸ ਦਿਨ ਸਾਡੇ ਕੋਲ ਐਵੀਡੈਂਸ ਹੋਏ ਤਾਂ ਅਸੀਂ ਖੁੱਲ ਕੇ ਸਾਹਮਣੇ ਆਵਾਂਗੇ ਤੇ ਸਭ ਕੁਝ ਬਿਆਨ ਕਰਾਂਗੇ। ਇਹ ਐਵੀਡੈਂਸ ਕਿਸੇ ਕਾਂਗਰਸੀ ਦੇ ਖਿਲਾਫ ਮਿਲਣ ਜਾ ਰਹੇ ਨੇ ਤੁਹਾਨੂੰ, ਜਿਸਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ? ਇਹ ਤਾਂ ਹੁਣ ਜਿਸ ਦਿਨ ਮਿਲੂਗਾ ਨਾ ਜੀ, ਉਸ ਦਿਨ ਸਾਰਾ ਕੁਝ ਮੈਂ ਡਿਕਲੇਅਰ ਕਰੂੰਗਾ। ਮੈਂ ਅਵਾ ਤਵਾ ਐਵੇਂ ਕਿਸੇ ਬਿਨਾ ਕਿਸੇ ਗੱਲ ਦੇ ਮੈਂ ਗਲਤ ਬਿਆਨਬਾਜ਼ੀ ਨਹੀਂ ਕਰ ਸਕਦਾ। ਥੋੜੀ ਦੇਰ ਵੇਟ ਕਰਨੀ ਪੈਣੀ ਹੈ ਜੀ, ਕੋਈ ਗੱਲ ਨਹੀਂ, ਹੌਸਲਾ ਰੱਖੋ। ਔਰ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਬਹੁਤ। ਨਹੀਂ ਬਿਲਕੁਲ ਮਹਿਤਾਬ ਜੀ, ਐਕਚੁਅਲੀ ਲੋਕ ਹੀ ਜਾਣਨਾ ਚਾਹੁੰਦੇ ਨੇ, ਜਿਹੜੇ ਸੁਖਪਾਲ ਖਹਿਰਾ ਦੇ ਸਪੋਰਟਰਸ ਨੇ ਉਹ ਵੀ ਜਾਣਨਾ ਚਾਹੁੰਦੇ ਨੇ ਕਿ ਆਖਿਰ ਅੰਦਰ ਹੋ ਕੀ ਰਿਹਾ, ਆਖਿਰ ਕਿਉਂ ਸੁਖਪਾਲ ਖਹਿਰਾ ਸਲਾਖਾਂ ਦੇ ਪਿੱਛੇ ਨੇ, ਜਿਹੜੀ ਤਸਵੀਰ ਸਾਹਮਣੇ ਆਈ ਹੈ। ਹੈਲੋ ਮਹਿਤਾਬ ਜੀ, ਆਵਾਜ਼ ਆ ਰਹੀ ਹੈ ਮੇਰੀ? ਹਾਂਜੀ, ਵਿੱਚ ਕੱਟੀ ਗਈ ਸੀ ਜੀ, ਪਲੀਜ਼ ਰਿਪੀਟ। ਜੀ ਮੈਂ ਉਹੀ ਕਹਿ ਰਿਹਾ ਸੀ ਕਿ ਜਿਹੜੇ ਸੁਖਪਾਲ ਖਹਿਰਾ ਦੇ ਸਪੋਰਟਰਸ ਨੇ ਉਹ ਵੀ ਜਾਣਨਾ ਚਾਹੁੰਦੇ ਨੇ ਤੁਹਾਡੇ ਜ਼ਰੀਏ, ਤੁਸੀਂ ਸਾਡੇ ਨਾਲ ਜੁੜੇ ਹੋ, ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਨੇ ਇਸ ਸਮੇਂ ਪੰਜਾਬ ਦੇ, ਉਹ ਜਾਣਨਾ ਚਾਹੁੰਦੇ ਨੇ ਕਿ ਇਹ ਜਿਹੜਾ ਦਰਦ ਹੈ ਆਪਣੀ ਪਾਰਟੀ ਨੂੰ ਲੈ ਕੇ, ਕਿ ਇਹ ਇਹੀ ਦਰਦ ਹੈ ਕਿ ਖੁੱਲ ਕੇ ਸਪੋਰਟ ਦੇ ਵਿੱਚ ਕੋਈ ਨਹੀਂ ਆਏ ਲੀਡਰ ਸੁਖਪਾਲ ਖਹਿਰਾ ਦੇ ਸਮਰਥਨ ਦੇ ਵਿੱਚ ਇਸ ਪੂਰੇ ਮੁੱਦੇ ਦੇ ਉੱਤੇ? ਦੇਖੋ, ਅੱਜ ਕਿਸੇ ਪਾਰਟੀ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ ਜੀ। ਜੋ ਸਪੋਰਟ ਅੱਜ ਗਰਾਊਂਡ ਲੈਵਲ ਤੋਂ ਮਿਲ ਰਹੀ ਹੈ, ਅੱਜ ਮੈਂ ਹੁਣੇ ਮੋਹਾਲੀ ਕੋਰਟ ਵਿੱਚ ਹੀ ਖੜਾ ਹਾਂ, ਇੱਥੇ ਸ਼ਾਇਦ ਮੈਂ ਗਲਤ ਨਾ ਹੋਵਾਂ, ਸੈਂਕੜੇ ਨਹੀਂ ਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਪਹੁੰਚੇ ਨੇ। ਮੇਰੇ ਫਾਦਰ ਨੇ ਲੋਕਾਂ ਦੀ ਲੜਾਈ ਲੜੀ। ਅੱਜ ਉਹੀ ਪਿਆਰ, ਉਹੀ ਲੜਾਈ ਦਾ ਜੋ ਮੁੱਲ ਹੈ, ਉਹ ਵਾਪਸ ਲੋਕਾਂ ਦੇ ਰੂਪ ਵਿੱਚ ਵਾਪਸ ਆਇਆ ਹੈ। ਸ਼ਾਇਦ ਸਾਡੇ ਕਾਂਗਰਸ ਦੇ ਕਈ ਲੀਡਰਾਂ ਨੇ ਵੀ ਅਕ੍ਰੋਸ ਪਾਰਟੀ ਲਾਈਨਸ ਮੈਨੂੰ ਮੈਸੇजेस ਵੀ ਆਏ ਨੇ, ਉਹਨਾਂ ਨੇ ਸਾਡਾ ਸਾਥ ਦਿੱਤਾ ਹੈ, ਮੈਂ ਉਹਨਾਂ ਦਾ ਧੰਨਵਾਦੀ। ਬਾਕੀ ਮੈਂ ਪੋਲੀਟੀਕਲ ਟਿੱਪਣੀ ਮੇਰੇ ਤੋਂ ਤੁਸੀਂ, ਚਲੋ ਠੀਕ ਹੈ, ਮੇਰਾ ਇੱਕ ਆਖਰੀ ਸਵਾਲ, ਤੁਸੀਂ ਲਾਇਰ ਹੋ ਇਸ ਕਰਕੇ ਇੱਕ ਆਖਰੀ ਸਵਾਲ, ਬੇਸ ਕੀ ਬਣਾਇਆ ਗਿਆ ਈਡੀ ਦੇ ਵੱਲੋਂ? ਕਿਉਂਕਿ ਸੁਖਪਾਲ ਖਹਿਰਾ ਕਹਿ ਰਹੇ ਨੇ ਕਿ ਮੈਨੂੰ ਦੱਸਿਆ ਹੀ ਨਹੀਂ ਗਿਆ ਕਿ ਮੈਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਰੇਡ ਹੋਈ ਸੀ, ਉਸ ਸਮੇਂ ਵੀ ਜ਼ਿਕਰ ਕੀਤਾ ਗਿਆ ਸੀ ਕਿ ਸਾਡੇ ਘਰ ਤੋਂ ਮਿਲਿਆ ਕੁਝ ਨਹੀਂ, ਤਾਂ ਫਿਰ ਹੁਣ ਈਡੀ ਨੇ ਗ੍ਰਿਫਤਾਰੀ ਦਾ ਕੀ ਬੇਸ ਬਣਾ ਦਿੱਤਾ? ਰਾਈਟ ਸਰ, ਤੁਹਾਨੂੰ ਯਾਦ ਹੋਊਗਾ ਕਿ 2015 ਵਿੱਚ ਇੱਕ ਐਨਡੀਪੀਐਸ ਦਾ ਪਰਚਾ ਕੀਤਾ ਗਿਆ ਸੀ। ਬਿਲਕੁਲ। ਜੋ ਈਡੀ ਹੈ ਉਹ ਆਪਣੇ ਆਪ ਕੋਈ ਪਰਚਾ ਜਾਂ ਐਫਆਈਆਰ ਨਹੀਂ ਕਰਦੀ, ਉਹਨਾਂ ਕੋਲ ਉਹ ਪਾਵਰਸ ਨਹੀਂ ਹੈ ਕਿ ਐਫਆਈਆਰ ਦਰਜ ਕਰਕੇ ਕੋਈ ਕਾਰਵਾਈ ਕਰ ਸਕਣ। 2015 ਵਿੱਚ ਇੱਕ ਐਨਡੀਪੀਐਸ ਦਾ ਪਰਚਾ ਹੋਇਆ ਸੀ, ਉਸ ਐਫਆਈਆਰ ਵਿੱਚ ਮੇਰੇ ਫਾਦਰ ਦਾ ਨਾਮ ਨਹੀਂ ਸੀ। ਉਸ ਐਫਆਈਆਰ ਦੇ ਬਾਅਦ ਜਿੰਨੇ ਵੀ ਚਲਾਨ ਪੇਸ਼ ਕੀਤੇ ਗਏ, ਉਹਦੇ ਵਿੱਚ ਵੀ ਕਿਸੇ ਦਾ ਸੁਖਪਾਲ ਸਿੰਘ ਖਹਿਰਾ ਦਾ ਨਾਮ ਨਹੀਂ ਆਇਆ ਗਿਆ। ਉਹ ਤਾਂ ਜਦ 2017 ਵਿੱਚ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਬਣੇ, ਉਸ ਸਮੇਂ ਜਦੋਂ ਟ੍ਰਾਇਲ ਖਤਮ ਹੋ ਚੁੱਕਾ ਸੀ, ਕਈ ਸਰਕਾਰੀ ਵਿਟਨੈਸਿਸ ਨੂੰ ਵਾਪਸ ਬੁਲਾ ਕੇ ਸ਼ਰਾਰਤ ਨਾਲ ਉਹਨਾਂ ਦਾ ਨਾਮ ਲਿਆ ਗਿਆ। ਚਲੋ ਉਸ ਸਾਰੀ ਕਾਰਵਾਈ ਤੇ ਸੁਪਰੀਮ ਕੋਰਟ, ਏਪੈਕਸ ਕੋਰਟ ਆਫ ਇੰਡੀਆ, ਉਹਨਾਂ ਨੇ ਇਸ ਕੇਸ ਤੇ ਰੋਕ ਲਗਾਈ ਹੋਈ ਹੈ। ਸੋ ਇੱਕ ਜੋ ਇਹ ਅਰੈਸਟ ਹੈ ਲੀਗਲ ਪੁਆਇੰਟ ਆਫ ਵਿਊ ਨਾਲ, ਔਰ ਇਹ ਆਰਗੂਮੈਂਟ ਅਸੀਂ ਹਾਈ ਕੋਰਟ ਔਰ ਸੁਪਰੀਮ ਕੋਰਟ ਵੀ ਕਰਾਂਗੇ ਸਹੀ ਟਾਈਮ ਤੇ, ਜੋ ਇਹ ਅਰੈਸਟ ਹੈ ਉਹ ਇਲੀਗਲ ਹੈ, ਅਨਕਨਸਟੀਟਿਊਸ਼ਨਲ ਹੈ। ਔਰ ਜੇ ਆਪਾਂ ਸੰਵਿਧਾਨ ਨੂੰ ਜੇ ਮੰਨਣਾ ਨਹੀਂ ਤੇ ਫਿਰ ਸਾਨੂੰ ਪੜ੍ਹਾ ਕੇ 5-5 ਸਾਲ ਦਾ ਉਹਦਾ ਫਾਇਦਾ ਨਹੀਂ। ਸੋ ਇਹ ਸਿੱਧੇ ਤੌਰ ਤੇ ਇੱਕ ਜ਼ਬਰ ਔਰ ਇੱਕ ਪੋਲੀਟੀਕਲ ਵੈਂਡੇਟਾ ਅਨਲੀਸ਼ ਕੀਤਾ ਗਿਆ। ਠੀਕ ਹੈ, ਚਲੋ ਸ਼ੁਕਰੀਆ ਮਹਿਤਾਬ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਮੋਹਾਲੀ ਦੀ ਕੋਰਟ ਦੇ ਵਿੱਚ ਮਹਿਤਾਬ ਜੀ ਇਸ ਸਮੇਂ ਮੌਜੂਦ ਨੇ ਜਿੱਥੇ ਸੁਣਵਾਈ ਹੋ ਰਹੀ ਹੈ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰ ਸਕੀਏ। ਸੁਖਪਾਲ ਖਹਿਰਾ ਮੀਡੀਆ ਦੇ ਨਾਲ ਅੱਜ ਗੱਲਬਾਤ ਕਰਦੇ ਨਜ਼ਰ ਆਏ ਤੇ ਉੱਥੇ ਉਹ ਕਹਿੰਦੇ ਨੇ ਆਪਣੀ ਪਾਰਟੀ ਦੇ ਆਗੂਆਂ ਦੇ ਉੱਤੇ ਉਹਨੇ ਵੱਡਾ ਹਮਲਾ ਕੀਤਾ, ਆਪਣੀ ਪਾਰਟੀ ਦੇ ਆਗੂਆਂ ਦੇ ਵੱਲੋਂ ਸਾਥ ਨਾ ਮਿਲਣ ਦੇ ਉੱਤੇ ਦਰਦ ਵੀ ਛਲਕਿਆ ਤੇ ਕਿਹਾ ਕਿ ਮੇਰੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ। ਇਹ ਸੁਖਪਾਲ ਖਹਿਰਾ ਕਹਿੰਦੇ ਨਜ਼ਰ ਆਏ। ਉਹਨਾਂ ਦੇ ਬੇਟੇ ਮਹਿਤਾਬ ਖਹਿਰਾ ਦਾ ਜ਼ਰੂਰ ਜੁੜੇ ਸਾਡੇ ਨਾਲ, ਹਾਲਾਂਕਿ ਉਹ ਪੋਲੀਟੀਕਲ ਤੌਰ ਦੇ ਉੱਤੇ ਜੋ ਸੁਖਪਾਲ ਖਹਿਰਾ ਦੀਆਂ ਟਿੱਪਣੀਆਂ ਸੀ ਉਸ ਦੇ ਉੱਤੇ ਕੁਝ ਜ਼ਿਆਦਾ ਬੋਲਣ ਨੂੰ ਤਿਆਰ ਨਹੀਂ ਸੀ। ਇਹ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਇਹ ਪੂਰਾ ਇੱਕ ਪੋਲੀਟੀਕਲ ਵੈਂਡੇਟਾ ਹੈ, ਕਿਉਂਕਿ ਬੀਜੇਪੀ ਦੇ ਉੱਤੇ ਉਹ ਇਲਜ਼ਾਮ ਲਗਾ ਰਹੇ ਨੇ, ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ
ਖੈਰ ਸੁਖਪਾਲ ਖਹਿਰਾ ਦੀ ਸਟੇਟਮੈਂਟ ਨੂੰ ਅਸੀਂ ਧਿਆਨ ਨਾਲ ਸੁਣੀਏ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਬੀਜੇਪੀ ਤਾਂ ਮੇਰੇ ਖਿਲਾਫ ਪਹਿਲਾਂ ਸੀ ਹੀ, ਪਰ ਦੂਜੇ ਪਾਸੇ ਜਿਹੜਾ ਬਾਕੀ ਮੇਰੇ ਆਪਣੇ ਵੀ ਉਹ ਵੀ ਕਿਤੇ ਨਾ ਕਿਤੇ ਜਿਹੜੇ ਸਾਜ਼ਿਸ਼ ਉਹ ਰਚ ਰਹੇ ਨੇ ਮੇਰੇ ਖਿਲਾਫ। ਲਖਵੀਰ ਲੱਖਾ ਜੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ, ਕਾਂਗਰਸ ਦੇ ਵਿਧਾਇਕ ਨੇ। ਲੱਖਾ ਜੀ, ਸਵਾਗਤ ਹੈ।